ਤੁਸੀਂ ਦੇਖ ਰਹੇ ਹੋ ਰੋਜ਼ਾਨਾ ਲੋਕਨਾਲ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਤੇ ਤੁਹਾਡੇ ਨਾਲ ਹਾਂ ਗੁਰਪ੍ਰੀਤ ਸਿੰਘ ਚੱਠਾ। ਚਰਚਾ ਕਰਾਂਗੇ ਹੁਣ ਤੱਕ ਦੀਆਂ ਮੁੱਖ ਸਿਆਸੀ ਖਬਰਾਂ ਦੇ ਉੱਤੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਾਂਗਰਸ ਦੇ ਵਿੱਚ ਸੀਐਮ ਚਿਹਰੇ ਨੂੰ ਲੈ ਕੇ ਵੱਡਾ ਵਿਵਾਦ ਛਿੜਦਾ ਦਿਖਾਈ ਦੇ ਰਿਹਾ ਹੈ। ਵੱਖੋ ਵੱਖਰੇ ਬਿਆਨ ਨੇ ਜਿਹੜੇ ਸੀਐਮ ਚਿਹਰੇ ਨੂੰ ਲੈ ਕੇ ਸਾਹਮਣੇ ਆ ਰਹੇ ਨੇ। ਹਰੀਸ਼ ਚੌਧਰੀ ਦਾ ਬਿਆਨ ਆਇਆ ਕਿ ਬਿਨਾਂ ਸੀਐਮ ਚਿਹਰੇ ਦੇ ਚੋਣਾਂ ਲੜੀਆਂ ਜਾਣਗੀਆਂ ਤੇ ਉਧਰ ਬ੍ਰਹਮ ਮਹਿੰਦਰਾ ਨੇ ਜਿਹੜੇ ਉਹ ਸੀਐਮ ਚਿਹਰੇ ਦੇ ਐਲਾਨ ਕਰਨ ਦੀ ਹਾਈ ਕਮਾਂਡ ਤੋਂ ਮੰਗ ਕਰਦੇ ਨਜ਼ਰ ਆ ਰਹੇ ਨੇ। ਤਾਂ ਉਧਰ ਗੱਲ ਕਰਾਂਗੇ ਸੀਐਮ ਚੰਨੀ ਦੇ ਰਿਸ਼ਤੇਦਾਰਾਂ ਤੋਂ 3.9 ਕਰੋੜ ਦੀ ਹੈਰੋਇਨ ਮਾਫ ਕਰਨਾ ਨਕਦੀ ਹੈ ਜਿਹੜੀ ਹੋਰ ਬਰਾਮਦ ਹੋਈ ਹੈ ਤੇ ਇਸ ਮੁੱਦੇ ਤੇ ਸਿਆਸਤ ਹੈ ਉਹ ਵੀ ਜ਼ੋਰਾਂ ਤੇ ਹੁੰਦੀ ਵਿਖਾਈ ਦੇ ਰਹੀ ਹੈ। ਇਸ ਤੇ ਵੀ ਚਰਚਾ ਕਰਾਂਗੇ ਤੇ ਉਧਰ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ ਦੇ ਵਿੱਚ ਕਾਂਗਰਸ ਪਾਰਟੀ ਦੀਆਂ ਮੁਸ਼ਕਲਾਂ ਵਧਾਉਣ ਦੇ ਵਿੱਚ ਬਾਕੀ ਨੇ ਜਿਹੜੇ ਨਜ਼ਰ ਆ ਰਹੇ ਨੇ, ਇਸ ਤੇ ਵੀ ਚਰਚਾ ਹੋਏਗੀ। ਤੇ ਇਸ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਲ ਨੇ ਡਾਕਟਰ ਭੀਮਿੰਦਰ ਸਿੰਘ। ਡਾਕਟਰ ਸਾਹਿਬ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ ਆਇਆਂ ਨੂੰ। बहुत बहुत शुक्रिया, मेहरबानी, धन्यवाद गुरप्रीत जी। सब तो पहले डॉक्टर साहब आम आदमी पार्टी सीएम चेहरे का ऐलान कर चुकी है तो गल हुण कांग्रेस की करांगे। तो एक राय नहीं हैगी, कोई कहता सीएम चेहरे का ऐलान करो, कोई कहता कि बिना सीएम चेहरे के चोणां लड़िया जाणगियां। तो किवें देखते हो तमाम मुद्दे नूं? गुरप्रीत जी, पिछले लंबे समय तो आपां देख रहे हैं कि कांग्रेस दे विच सीएम चेहरे नूं लैके काफ़ी जिहड़ी हैगा रफड़ पिया होया है, आपो तापी पई ਆਪਾਂ ਕਹਿ ਸਕਦੇ ਹਾਂ ਕਿ ਇੱਕ ਪਾਸੇ ਚੰਨੀ ਸਾਹਿਬ ਕਹਿ ਰਹੇ ਸੀਗੇ ਕਿ ਮੈਨੂੰ ਬਣਾਉਣਾ ਚਾਹੀਦਾ ਹੈ, ਮੈਨੂੰ ਦੁਬਾਰਾ ਮੌਕਾ ਦਿਓ ਕਿਉਂਕਿ ਮੈਂ 111 ਦਿਨਾਂ ਦੇ ਵਿੱਚ ਬਹੁਤ ਕੁਝ ਜਿਹੜਾ ਹੈਗਾ ਕੰਮ ਕੀਤਾ ਹੈ। ਔਰ ਉਹਨਾਂ ਨੇ ਇਹ ਵੀ ਕਿਹਾ, ਦਾਅਵਾ ਕੀਤਾ ਸੀਗਾ ਕਿ ਪਹਿਲਾਂ ਤਾਂ ਮੈਨੂੰ ਬਹੁਤ ਹਲਕੇ 'ਚ ਲਿਆ ਜਾ ਰਿਹਾ ਸੀਗਾ, ਹੁਣ ਮੈਂ ਜਿਹੜਾ ਹੈਗਾ ਬਹੁਤ ਸੋਲਿਡ ਤੌਰ ਤੇ ਇੱਕ ਜਿਹੜਾ ਹੈਗਾ ਉਮੀਦਵਾਰ ਦਾ ਸੀਐਮ ਦਾ ਉਮੀਦਵਾਰ ਜਿਹੜਾ ਹੈਗਾ ਪੇਸ਼ ਹੋ ਚੁੱਕਿਆ ਹਾਂ। ਔਰ ਇਸ ਕਰਕੇ ਮੇਰੇ ਕੰਮਾਂ ਦੇ ਆਧਾਰ ਤੇ ਤੁਸੀਂ ਮੈਨੂੰ ਸੀਐਮ ਦਾ ਚਿਹਰਾ ਐਲਾਨ ਕਰੋ। ਸੋ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਆਪਣਾ ਪੰਜਾਬ ਮਾਡਲ ਦੀ ਗੱਲ ਕਰਦੇ ਆ ਔਰ ਲਗਾਤਾਰ ਇਹ ਕੋਸ਼ਿਸ਼ ਹੈ ਉਹਨਾਂ ਦੀ। ਕੱਲ ਵੀ ਉਹਨਾਂ ਨੇ ਕਿਸਾਨੀ ਨੂੰ ਲੈ ਕੇ ਨਵਾਂ ਮਾਡਲ ਜਿਹੜਾ ਹੈਗਾ ਦਿੱਤਾ ਹੈ ਔਰ ਇਸ ਤੋਂ ਪਹਿਲਾਂ ਵੀ ਉਹ ਪੰਜਾਬ ਦੇ ਵਿੱਚ ਜਿਹੜੀਆਂ ਖਾਸ ਤੌਰ ਤੇ ਮਾਫੀਆ ਨੂੰ ਲੈ ਕੇ, ਚਾਹੇ ਉਹ ਰੇਤ ਮਾਫੀਆ ਹੈ, ਸੈਂਡ ਮਾਫੀਆ ਹੈ ਜਾਂ ਲੀਕਰ ਮਾਫੀਆ ਹੈ, ਇਹਨਾਂ ਨੂੰ ਲੈ ਕੇ ਆਪਣੀਆਂ ਲੰਬੀਆਂ ਚੌੜੀਆਂ ਵਾਰਦਾਤਾਂ ਕਰਦੇ ਰਹੇ ਨੇ ਔਰ ਵਾਰਤਾਲਾਪ ਕਰਦੇ ਰਹੇ ਨੇ। ਕਹਿਣ ਦਾ ਮਤਲਬ ਹੈ ਕਿ ਨਵਜੋਤ ਸਿੰਘ ਸਿੱਧੂ ਵੀ ਲਾਈਨ 'ਚ ਨੇ, ਇਸੇ ਤਰ੍ਹਾਂ ਸੁਨੀਲ ਜਾਖੜ ਜੀ ਉਹ ਵੀ ਕਿਤੇ ਨਾ ਕਿਤੇ ਸੀਐਮ ਦਾ ਚਿਹਰਾ ਆਪਣੇ ਆਪ ਨੂੰ ਮਹਿਸੂਸ ਹੁੰਦਾ ਨਜ਼ਰ ਉਹਨਾਂ ਨੂੰ ਆ ਰਿਹਾ ਹੈ। ਔਰ ਇਸ ਤੋਂ ਇਲਾਵਾ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਇੱਕ ਕਿਤਾਬਚਾ ਜਾਰੀ ਹੋਇਆ ਸੀਗਾ ਕਾਂਗਰਸ ਵੱਲੋਂ, ਉਹਦੇ ਵਿੱਚ ਤਿੰਨਾਂ ਦੀ ਫੋਟੋ ਸੀਗੀ। ਇੱਕ ਪਾਸੇ ਸੀਐਮ ਚੰਨੀ ਸਾਹਿਬ ਸੀਗੇ ਮੌਜੂਦਾ ਔਰ ਆਪਾਂ ਕਹਿ ਸਕਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਵੀ ਉਸ ਫੋਟੋ ਦੇ ਵਿੱਚ ਸ਼ਾਮਲ ਨੇ ਔਰ ਇਸੇ ਤਰ੍ਹਾਂ ਸੁਨੀਲ ਜਾਖੜ ਜੀ ਵੀ ਸ਼ਾਮਲ ਨੇ। ਕਹਿਣ ਦਾ ਮਤਲਬ ਹੈ ਕਿ ਕਾਂਗਰਸ ਇਸ ਵੇਲੇ ਤਿੰਨਾਂ ਕਮਿਊਨਿਟੀਜ਼ ਨੂੰ, ਪੰਜਾਬ ਦੀਆਂ ਨੂੰ ਕੈਪਚਰ ਕਰਨਾ ਚਾਹੁੰਦੀ ਹੈ। ਇੱਕ ਪਾਸੇ ਐਸਸੀ ਭਾਈਚਾਰੇ ਨੂੰ ਉਹ ਦੱਸਣਾ ਚਾਹੁੰਦੀ ਹੈ ਕਿ ਅਸੀਂ ਚੰਨੀ ਸਾਹਿਬ ਨੂੰ ਅੱਗੇ ਲੈ ਕੇ ਆਏ ਹਾਂ। ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਨਾਲ ਲਗਾ ਕੇ ਉਹ ਇੱਕ ਜੱਟ ਭਾਈਚਾਰੇ ਨੂੰ ਜਨਰਲ ਭਾਈਚਾਰੇ ਨੂੰ ਆਪਣੇ ਨਾਲ ਲਗਾਉਣਾ ਚਾਹੁੰਦੀ ਹੈ। ਇਸੇ ਤਰ੍ਹਾਂ ਹਿੰਦੂ ਭਾਈਚਾਰਾ ਜਿਹੜਾ ਹੈਗਾ ਪੰਜਾਬ ਦਾ, ਉਹ ਸੁਨੀਲ ਜਾਖੜ ਜੇ ਰਾਹੀਂ ਉਹਨਾਂ ਨੂੰ ਕਵਰ ਕਰਨਾ ਚਾਹੁੰਦੀ ਹੈ। ਯਾਨੀ ਕਿ ਇੱਕ ਵੱਡੀ ਜਿਹੜੀ ਹੈਗੀ ਆਪਾਂ ਕਹਿ ਸਕਦੇ ਹਾਂ ਕਿ ਘੇਰਾਬੰਦੀ ਕਰਨ ਦੀ ਕੋਸ਼ਿਸ਼ ਕਾਂਗਰਸ ਵੱਲੋਂ ਦਿਖਾਈ ਦਿੰਦੀ ਹੈ। ਪਰ ਜਦੋਂ ਅਸੀਂ ਇਹਦਾ ਦੂਜਾ ਪਾਸਾ ਵੇਖਦੇ ਹਾਂ ਤਾਂ ਜ਼ਿਆਦਾਤਰ ਜਿਹੜੀ ਖਾਨਾ ਜੰਗੀ ਹੈ ਆਪਸੀ, ਆਪਾਂ ਕਹਿ ਸਕਦੇ ਹਾਂ ਕਿ ਇੱਕ ਪਾਸੇ ਵੱਡੇ ਧੜੇ ਨੇ, ਖਾਸ ਤੌਰ ਤੇ ਚੰਨੀ ਸਾਹਿਬ ਦਾ ਧੜਾ ਹੈ, ਨਵਜੋਤ ਸਿੰਘ ਸਿੱਧੂ ਸਾਹਿਬ ਦਾ ਧੜਾ ਹੈ, ਇਸੇ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਜਾਖੜ ਸਾਹਿਬ ਦਾ ਧੜਾ ਹੈ, ਜਾਂ ਇਹਨਾਂ ਨੂੰ ਲੈ ਕੇ ਵੱਖ-ਵੱਖ ਜਿਹੜੇ ਧੜੇ ਸਿੱਧੇ ਤੌਰ ਤੇ ਕੰਮ ਕਰਦੇ ਨਜ਼ਰ ਆ ਰਹੇ ਨੇ। ਖਾਸ ਤੌਰ ਤੇ ਬ੍ਰਹਮ ਮਹਿੰਦਰਾ ਜੀ ਦਾ ਜਿਹੜਾ ਬਿਆਨ ਆ ਰਿਹਾ ਲਗਾਤਾਰ ਕਿ ਚੰਨੀ ਸਾਹਿਬ ਹੀ ਜਿਹੜੇ ਨੇ ਚਿਹਰੇ ਹੋਣੇ ਚਾਹੀਦੇ ਨੇ ਮੁੱਖ ਮੰਤਰੀ ਦੇ। ਇਸੇ ਤਰ੍ਹਾਂ ਸੁਖਜਿੰਦਰ ਰੰਧਾਵਾ ਹੋਰਾਂ ਦਾ ਜਿਹੜੇ ਬਿਆਨ ਆ ਰਹੇ ਨੇ ਉਹ ਲਗਾਤਾਰ ਕਹਿ ਰਹੇ ਨੇ ਕਿ ਚੰਨੀ ਸਾਹਿਬ ਹੀ ਮੁੱਖ ਮੰਤਰੀ ਹੋਣਗੇ। ਸੋ ਕਹਿਣ ਦਾ ਮਤਲਬ ਹੈ ਕਿ ਅੰਦਰ ਖਾਤੇ ਕਾਫੀ ਗੱਲਾਂ ਜਿਹੜੀਆਂ ਨੇ ਉਹ ਵਾਪਰਦੀਆਂ ਨਜ਼ਰ ਆ ਰਹੀਆਂ ਨੇ। ਪਰ ਆਪਾਂ ਦੇਖ ਰਹੇ ਹਾਂ ਕਿ ਕਿਸੇ ਦਾ ਦਾ ਲੱਗਣਾ, ਹੁਣ ਕਿਹਦਾ ਦਾ ਲੱਗੇਗਾ, ਇਹਨਾਂ ਚੋਂ ਤਿੰਨਾਂ ਦਾ ਲੱਗੇਗਾ ਜਾਂ ਤਿੰਨਾਂ ਤੋਂ ਬਾਹਰਲਾ ਕੋਈ ਬੰਦਾ ਕਾਂਗਰਸ ਜਿਹੜੀ ਹੈਗੀ ਆਪਣੇ ਸੀਐਮ ਚਿਹਰਾ ਐਲਾਨੇਗੀ, ਇਹ ਹੁਣ ਮੌਕਾ ਦੱਸੇਗਾ। ਪਰ ਫਿਲਹਾਲ ਕੋਈ ਸਿਰੇ ਜਿਹੜਾ ਹੈਗਾ ਲੱਗਦੀ ਗੱਲ ਨਜ਼ਰ ਨਹੀਂ ਆ ਰਹੀ, ਕੋਈ ਪੱਤਣ ਜਿਹੜੀ ਹੈਗਾ ਇਹਦਾ ਮਤਲਬ ਹੈ ਕਿ ਪੱਤਣ ਦੀ ਜਿਹੜੀ ਗੱਲ ਹੈ ਉਹ ਨਹੀਂ ਲੱਗਦੀ। ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਇਸ ਵੇਲੇ ਕਾਂਗਰਸ 705 ਦੇ ਵਿੱਚ ਪਈ ਹੋਈ ਹੈ ਔਰ ਕਾਫੀ ਅੰਦਰ ਖਾਤੇ ਕਾਫੀ ਪਾਟੋ ਤਾੜ ਹੈ
ਖਾਸ ਤੌਰ ਤੇ ਆਪਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਵੀ ਜਦੋਂ ਵੱਖ-ਵੱਖ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਦਾ ਐਲਾਨ ਹੋਇਆ ਸੀਗਾ 86 ਉਮੀਦਵਾਰਾਂ ਦਾ, ਉਸ ਵੇਲੇ ਵੀ ਕਾਫੀ ਤੁਸੀਂ ਦੇਖਿਆ ਹੋਏਗਾ ਕਿ ਚਾਹੇ ਉਹ ਮੋਗਾ ਹੋਵੇ, ਚਾਹੇ ਫਗਵਾੜਾ ਹੋਵੇ, ਚਾਹੇ ਮਾਨਸਾ ਹੋਵੇ, ਚਾਹੇ ਹੋਰ ਜਿਹੜੇ ਕਈ ਐਸੀਆਂ ਸੀਟਾਂ ਸੀਗੀਆਂ ਜਿਹਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਹੈਗਾ ਕਾਟੋ ਕਲੇਸ਼ ਵਧਿਆ ਸੀਗਾ। ਸੋ ਉਸ ਨੂੰ ਲੈ ਕੇ ਜਦੋਂ ਆਪਾਂ ਦੇਖਦੇ ਹਾਂ ਔਰ ਸੀਐਮ ਦੇ ਚਿਹਰੇ ਨੂੰ ਲੈ ਕੇ ਵੇਖਦੇ ਹਾਂ ਤਾਂ ਇਸ ਵੇਲੇ ਇਹੀ ਨਜ਼ਰ ਆ ਰਿਹਾ ਹੈ ਕਿ ਇਸ ਵਾਰ ਕਾਂਗਰਸ ਹਾਈ ਕਮਾਂਡ ਸੀਐਮ ਦਾ ਚਿਹਰਾ ਨਹੀਂ ਐਲਾਨ ਸਕੇਗੀ, ਕਿਉਂਕਿ ਇਸ ਵੇਲੇ ਜਿਹੜੀ ਸਥਿਤੀ ਹੈ ਕਾਂਗਰਸ ਦੀ ਉਹ ਪਿਛਲੇ ਵਾਲੀ ਨਹੀਂ ਹੈ। ਇਸ ਵਾਰੀ ਉਮੀਦ ਹੈ ਕਿ ਬਿਨਾਂ ਚਿਹਰੇ ਤੋਂ ਹੀ, ਜਿਵੇਂ ਵੱਡੇ ਲੀਡਰ ਕਾਂਗਰਸ ਦੇ ਇਹ ਬਾਰ-ਬਾਰ ਐਲਾਨ ਕਰ ਰਹੇ ਨੇ ਔਰ ਖਾਸ ਤੌਰ ਤੇ ਜਿਹੜਾ ਹਾਈ ਕਮਾਂਡ ਹੈ ਬਾਰ-ਬਾਰ ਗੱਲ ਕਹਿ ਰਹੀ ਹੈ ਕਿ ਇਸ ਵਾਰੀ ਅਸੀਂ ਕਿਸੇ ਇੱਕ ਬੰਦੇ ਨੂੰ ਚਿਹਰਾ ਨਹੀਂ ਐਲਾਨਾਂਗੇ, ਅਸੀਂ ਸੰਯੁਕਤ ਤੌਰ ਤੇ ਇਕੱਠੇ ਹੋ ਕੇ ਲੜਾਂਗੇ। ਔਰ ਇੱਥੋਂ ਇਹੀ ਉਮੀਦ ਕਰਨੀ ਬਣਦੀ ਹੈ ਕਿ ਇਸ ਵਾਰੀ ਸ਼ਾਇਦ ਉਹ ਕਾਂਗਰਸ ਦਾ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਹੋਏਗਾ 22 ਦੀਆਂ ਚੋਣਾਂ ਦੇ ਵਿੱਚ, ਉਹ ਸ਼ਾਇਦ ਨਾ ਐਲਾਨਿਆ ਜਾਵੇ। ਸਿਰਫ ਤੇ ਸਿਰਫ ਉਹਨਾਂ ਦੇ ਚੰਨੀ ਸਾਹਿਬ ਦੇ ਉੱਤੇ ਔਰ ਨਵਜੋਤ ਸਿੰਘ ਸਿੱਧੂ ਔਰ ਸੁਨੀਲ ਜਾਖੜ ਹੋਰਾਂ ਨੂੰ ਸੰਪੂਰਨ ਤੌਰ ਤੇ ਉਹਨਾਂ ਨੂੰ ਇਕੱਠੇ ਮਿਲ ਕੇ ਜਿਹੜਾ ਹੈਗਾ ਉਹ ਚਿਹਰਾ ਪੇਸ਼ ਕੀਤਾ ਜਾਏ। ਔਰ ਉਮੀਦ ਹੈ ਕਿ ਇਸੇ ਤਰ੍ਹਾਂ ਹੀ ਜਿਹੜੀ ਹੈਗੀ ਹੈ ਗੱਡੀ ਚਲਾਈ ਜਾਏਗੀ। ਔਰ ਇਹਦਾ ਜੇ ਆਪਾਂ ਕਹੀਏ ਕਿ ਇਹਦਾ ਨਤੀਜਾ ਕੀ ਨਿਕਲੇਗਾ, ਇਹਦਾ ਨਤੀਜਾ ਇਹੀ ਨਿਕਲੇਗਾ ਜੇਕਰ ਤਿੰਨੇ ਜਾਣੇ ਜਾਂ ਕਿਸੇ ਹੋਰ ਨੂੰ ਚਿਹਰਾ ਐਲਾਨਦੇ ਨੇ ਤਾਂ ਕਾਫੀ ਆਪੋ ਧਾਪੀ ਜਿਹੜੀ ਹੈਗੀ ਹੈ ਕਾਂਗਰਸ ਦੇ ਵਿੱਚ ਤੁਹਾਨੂੰ ਦਿਖਾਈ ਦੇਵੇਗੀ, ਕਾਫੀ ਨਿਰਾਸ਼ਾ ਤੁਹਾਨੂੰ ਦਿਖਾਈ ਦੇਵੇਗੀ ਔਰ ਕਾਂਗਰਸ ਨੂੰ ਜਿਹੜੀ ਹੈਗੀ ਆ ਸੀਟਾਂ ਘਟਣ ਦੀ ਉਮੀਦ ਆਪਾਂ ਕਹਿ ਸਕਦੇ ਹਾਂ ਕਿ ਹੋ ਸਕਦੀ ਹੈ ਜੇਕਰ ਉਹ ਇੱਕ ਚਿਹਰਾ ਨਹੀਂ ਐਲਾਨਦੀ। ਔਰ ਨਹੀਂ ਤਾਂ ਉਹਨਾਂ ਨੂੰ ਫੈਸਲਾ ਜਿਹੜਾ ਹੈਗਾ ਜ਼ਰੂਰ ਕਰ ਲੈਣਾ ਚਾਹੀਦਾ ਹੈ ਔਰ ਕੋਈ ਨਾ ਕੋਈ ਜਿਹੜਾ ਹੈਗਾ ਜਿਹਨੂੰ ਵੀ ਉਹਨਾਂ ਨੂੰ ਲੱਗਦਾ ਹੈ ਕਿ ਇਹ ਸਾਨੂੰ ਚਿਹਰਾ ਜਿਹੜਾ ਹੈਗਾ ਚੋਣਾਂ ਜਿਤਾ ਸਕਦਾ ਹੈ ਤਾਂ ਉਸੇ ਨੂੰ ਹੀ ਐਲਾਨਣ ਦੀ ਲੋੜ ਹੈ। ਪਰ ਜੇਕਰ ਉਹ ਇਕੱਠਿਆਂ ਨੂੰ ਲੈ ਕੇ ਚੱਲਦੇ ਨੇ ਤਾਂ ਇਹਦੇ ਨਾਲ ਕਾਫੀ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਕਾਂਗਰਸ ਨੂੰ ਦਿਖਾਈ ਦੇ ਰਹੀਆਂ ਨੇ। ਗੁਰਪ੍ਰੀਤ ਜੀ, ਬਿਲਕੁਲ ਕਾਂਗਰਸ ਪਾਰਟੀ ਨੂੰ ਕਿਤੇ ਨਾ ਕਿਤੇ ਲੱਗਦਾ ਹੈ ਕਿ ਵੱਡੇ ਚਿਹਰੇ ਨੇ ਜਿਹੜੇ ਉਹ ਕਈ ਨੇ, ਇਸੇ ਕਰਕੇ ਕੋਈ ਨਾ ਕੋਈ ਵਿਵਾਦ ਨਾ ਪੈਦਾ ਹੋਵੇ, ਉਸੇ ਕਰਕੇ ਜਿਹੜਾ ਸੀਐਮ ਦਾ ਚਿਹਰੇ ਦੇ ਉੱਤੇ ਚੋਣਾਂ ਜਿਹੜੀ ਕਾਂਗਰਸ ਪਾਰਟੀ ਨਹੀਂ ਲੜੇਗੀ। ਤੇ ਚਰਨਜੀਤ ਸਿੰਘ ਚੰਨੀ ਦੀ ਗੱਲ ਕਰ ਲੈਂਦੇ ਹਾਂ, ਬੀਤੇ ਦਿਨੀ ਵੀ ਈਡੀ ਦੇ ਵੱਲੋਂ ਜਿਹੜੀ ਕਰੋੜਾਂ ਦੀ ਨਕਦੀ ਬਰਾਮਦ ਕੀਤੀ ਗਈ ਹੈ ਤੇ 3.9 ਕਰੋੜ ਰੁਪਇਆ ਹੋਰ ਬਰਾਮਦ ਹੋਇਆ ਹੈ, ਤਾਂ ਇਸ ਤੇ ਸਿਆਸਤ ਵੀ ਹੁੰਦੀ ਨਜ਼ਰ ਆ ਰਹੀ ਹੈ। ਪਰ ਪੂਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਤੁਸੀਂ? ਦੇਖੋ ਗੁਰਪ੍ਰੀਤ ਜੀ, ਸਿਆਸਤ ਤਾਂ ਹੁੰਦੀ ਹੈ ਕਿਉਂਕਿ ਆਪਾਂ ਨੂੰ ਵੀ ਪਤਾ ਹੈ ਕਿ ਚੋਣਾਂ ਦਾ ਦੌਰ ਹੈ ਔਰ ਜਦੋਂ ਵੀ ਜਿਹੜੀ ਵੀ ਸੈਂਟਰਲ ਏਜੰਸੀਆਂ ਹੁੰਦੀਆਂ ਨੇ ਔਰ ਜਿਹਦੇ ਵਿੱਚ ਜਿਹਦੀ ਵੀ ਸੱਤਾ ਹੁੰਦੀ ਹੈ, ਇਸ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਜਦੋਂ ਕਾਂਗਰਸ ਸੈਂਟਰ ਦੇ ਵਿੱਚ ਸੀਗੀ ਤਾਂ ਇਦਾਂ ਦੀਆਂ ਕਾਰਵਾਈਆਂ ਕਾਂਗਰਸ ਵੀ ਕਰਾਉਂਦੀ ਰਹੀ ਹੈ ਔਰ ਹੁਣ ਬੀਜੇਪੀ ਨੇ ਵੀ ਇਹੀ ਕੰਮ ਜਿਹੜਾ ਹੈਗਾ ਫੜਿਆ ਹੋਇਆ। ਔਰ ਇਸ ਤੋਂ ਪਹਿਲਾਂ ਵੀ ਜਦੋਂ ਅਸੀਂ ਬੰਗਾਲ ਦੀ ਗੱਲ ਕਰਦੇ ਹਾਂ, ਬੰਗਾਲ ਦੇ ਵਿੱਚ ਵੀ ਆਪਾਂ ਨੂੰ ਪਤਾ ਹੈ ਕਿ ਉਸ ਵੇਲੇ ਮਮਤਾ ਜੀ ਦੇ ਉੱਤੇ ਕਿਵੇਂ ਨਾ ਕਿਵੇਂ ਜਿਹੜੀ ਇਹ ਰੇਡਾਂ ਪੈਂਦੀਆਂ ਰਹੀਆਂ ਨੇ। ਇਸੇ ਤਰ੍ਹਾਂ ਦਿੱਲੀ ਦੀ ਜਦੋਂ ਗੱਲ ਕਰਦੇ ਆ, ਕੇਜਰੀਵਾਲ ਸਰਕਾਰ ਉੱਤੇ ਜਾਂ ਕੇਜਰੀਵਾਲ ਦੇ ਘਰ ਦੇ ਉੱਤੇ ਈਡੀ ਦੀਆਂ ਰੇਡਾਂ ਪੈਂਦੀਆਂ ਰਹੀਆਂ ਨੇ ਔਰ ਉਹੀ ਕੰਮ ਜਿਹੜਾ ਹੈਗਾ ਹੁਣ ਪੰਜਾਬ ਦੇ ਵਿੱਚ ਸਾਨੂੰ ਵੇਖਣ ਨੂੰ ਮਿਲ ਰਿਹਾ ਹੈ। ਔਰ ਇਹਦੀ ਜਿਹੜੀ ਟਾਈਮਿੰਗ ਹੈ ਇਹ ਬਹੁਤ ਇੱਕ ਮਾਇਨੇ ਰੱਖਦੀ ਹੈ ਕਿਉਂਕਿ ਇਸ ਵੇਲੇ ਚੋਣਾਂ ਨੂੰ ਲੈ ਕੇ ਹਰ ਪਾਰਟੀ ਜਿਹੜੀ ਹੈ ਇਹ ਚਾਹੁੰਦੀ ਹੈ ਕਿ ਅਸੀਂ ਦੁੱਧ ਧੋਤੇ ਸਾਬਤ ਹੋਈਏ, ਸਾਡੇ ਉੱਤੇ ਕਿਸੇ ਕਿਸਮ ਦਾ ਕੋਈ ਦੋਸ਼ ਨਾ ਲੱਗੇ। ਇਸ ਤੋਂ ਪਹਿਲਾਂ ਤੁਸੀਂ ਦੇਖਿਆ ਹੋਵੇਗਾ ਕਿ ਕਾਂਗਰਸ ਨੇ ਜਿਹੜੀ ਇਸ ਤਰ੍ਹਾਂ ਦੀ ਸਿਆਸਤ ਕੀਤੀ ਸੀਗੀ, ਉਹਨਾਂ ਨੇ ਮਜੀਠੀਆ ਹੋਰਾਂ ਨੂੰ ਜਿਹੜਾ ਹੈਗਾ ਐਨ ਵਕਤ ਦੇ ਉੱਤੇ, ਐਨ ਜਦੋਂ ਚੋਣਾਂ ਪੀਕ ਤੇ ਸੀਗੇ ਉਸ ਵੇਲੇ ਉਹਨਾਂ ਦੇ ਉੱਤੇ ਜਿਹੜਾ ਹੈਗਾ FIR ਕਰਵਾ ਕੇ, ਯਾਨੀ ਕਿ ਉਹ ਕੇਸ ਜਿਹੜਾ ਹੈਗਾ ਬਣਾਇਆ ਗਿਆ ਸੀਗਾ। ਇਸੇ ਤਰ੍ਹਾਂ ਹੁਣ ਜਿਹੜਾ ਹੈਗਾ ਸੈਂਟਰ ਦੀਆਂ ਜਿਹੜੀਆਂ ਏਜੰਸੀਆਂ ਨੇ, ਈਡੀ ਜਿਹੜੀ ਹੈਗੀ ਹੈ ਉਹ ਚੰਨੀ ਸਾਹਿਬ ਦੇ ਉੱਤੇ ਜਾਂ ਚੰਨੀ ਸਾਹਿਬ ਦੇ ਪਰਿਵਾਰਕ ਮੈਂਬਰਾਂ ਦੇ ਰਾਹੀਂ ਉਹਨਾਂ ਦੇ ਉੱਤੇ ਕਿਤੇ ਨਾ ਕਿਤੇ ਪ੍ਰੈਸ਼ਰ ਬਣਾਉਂਦੀ ਨਜ਼ਰ ਆ ਰਹੀ ਹੈ ਕਿ ਇਹਨਾਂ ਦਾ ਜਿਹੜਾ ਅਕਸ ਹੈ ਉਹ ਕਿਵੇਂ ਨਾ ਕਿਵੇਂ ਖਰਾਬ ਕਰਨ ਦੀ ਕੋਸ਼ਿਸ਼ ਹੈ। ਇੱਕ ਦੂਜੇ ਪਾਰਟੀਆਂ ਜਿਹੜੀਆਂ ਨੇ ਖਿੱਚੋਤਾਣ ਹੈ ਉਹ ਆਪਾਂ ਵੇਖ ਸਕਦੇ ਹਾਂ। ਇਹਦੇ ਵਿੱਚ ਸੱਚਾਈ ਕੀ ਹੈ ਇਹ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹਨਾਂ ਕੇਸਾਂ ਦੀ ਇਨਕੁਆਇਰੀ ਹੋਏਗੀ, ਜਦੋਂ ਤਹਿਕੀਕਾਤ ਹੋਏਗੀ ਜਾਂ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੇ ਵੱਖਰੇ ਐਂਗਲਾਂ ਤੋਂ ਸਮਝ ਸਕਾਂਗੇ ਤਾਂ ਇਹਦੇ ਨਾਲ ਸੱਚਾਈ ਜਿਹੜੀ ਹੈਗੀ ਹੈ ਸਾਹਮਣੇ ਆ ਸਕਦੀ ਹੈ। ਫਿਲਹਾਲ ਜਿਹੜਾ ਹੈਗਾ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਫਿਲਹਾਲ ਇਹ ਜ਼ਰੂਰ ਸਮਝ ਆ ਰਿਹਾ ਹੈ ਕਿ ਸਿਰਫ ਤੇ ਸਿਰਫ ਸਿਆਸਤ ਹੋ ਰਹੀ ਹੈ, ਇੱਕ ਦੂਜੇ ਦੀ ਪਾਰਟੀ ਨੂੰ ਨੀਚੇ ਲਾਉਣ ਦੇ ਲਈ। ਜਿਵੇਂ ਕੱਲ ਚੰਨੀ ਸਾਹਿਬ ਨੇ ਵੀ ਗੱਲ ਇੱਕ ਮੰਨੀ ਹੈ ਕਿ ਸੈਂਟਰ ਸਰਕਾਰ ਜਿਹੜੀ ਹੈਗੀ ਹੈ ਉਹਨਾਂ ਨੇ ਇਸੇ ਲਈ ਮੇਰੇ ਉੱਤੇ ਰੇਡ ਕੀਤੀ ਹੈ ਜਾਂ ਮੇਰੇ ਪਰਿਵਾਰ ਦੇ ਜਾਂ ਬਾਕੀ ਸਾਡੇ ਰਿਸ਼ਤੇਦਾਰਾਂ ਦੇ ਉੱਤੇ ਰੇਡ ਜਿਹੜੀ ਹੈਗੀ ਹੈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
ਕਿਉਂਕਿ ਉਹਨਾਂ ਨੇ ਪੀਐਮ ਜਿਹੜੇ ਮੋਦੀ ਸਾਹਿਬ ਨੇ, ਉਹਨਾਂ ਦਾ ਜੋ ਪੰਜਾਬ ਦਾ ਦੌਰਾ ਸੀਗਾ ਉਹਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਸੀਗਾ ਕਿ ਚੂਕ ਹੋਈ ਨਜ਼ਰ ਆਈ ਸੀਗੀ। ਪਰ ਚੰਨੀ ਸਾਹਿਬ ਦਾ ਜੋ ਤਰਕ ਹੈ ਉਹ ਇਹੀ ਕਹਿ ਰਹੇ ਨੇ ਕਿ ਇਹ ਬਦਲਾ ਲੈਣ ਦੀ ਜਿਹੜੀ ਹੈਗੀ ਹੈ ਕੋਸ਼ਿਸ਼ ਹੈ, ਬਦਲਾ ਲੈਣ ਦੀ ਰਾਜਨੀਤੀ ਹੈ। ਔਰ ਆਪਾਂ ਕਹਿ ਸਕਦੇ ਹਾਂ ਕੁੱਲ ਮਿਲਾ ਕੇ ਇਹ ਸਾਰੀ ਜਿਹੜੀ ਚੀਜ਼ ਹੋ ਰਹੀ ਹੈ ਇਹ ਸਿਆਸਤ ਤੋਂ ਪ੍ਰੇਰਿਤ ਕਹਿ ਸਕਦੇ ਹਾਂ। ਹੁਣ ਇਹਦੇ ਨਾਲ ਕਿਹੜੀ ਪਾਰਟੀ ਦਾ ਕੱਦ ਉੱਚਾ ਹੋਏਗਾ, ਕਿਹੜੀ ਪਾਰਟੀ ਦਾ ਜਾਂ ਕਿਹੜੇ ਲੀਡਰ ਦਾ ਕੱਦ ਜਿਹੜਾ ਹੈਗਾ ਨੀਚੇ ਜਾਏਗਾ, ਪਰ ਇੱਕ ਗੱਲ ਸਾਫ਼ ਹੈ, ਇਹ ਗੱਲ ਬਾਰ-ਬਾਰ ਨਵਜੋਤ ਸਿੰਘ ਸਿੱਧੂ ਵੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਚਾਹੇ ਸੈਂਡ ਮਾਫੀਆ ਹੋਵੇ, ਚਾਹੇ ਲੈਂਡ ਮਾਫੀਆ ਹੋਵੇ, ਚਾਹੇ ਲੀਕਰ ਮਾਫੀਆ ਹੋਵੇ, ਕਾਫੀ ਸਰਗਰਮ ਤੁਹਾਨੂੰ ਦਿਖਾਈ ਦਿੱਤਾ ਹੈ। ਔਰ ਇਹੀ ਕਾਰਨ ਹੈ ਕਿ ਇਸ ਵੇਲੇ ਆਪਾਂ ਲੈਂਡ ਮਾਫੀਏ ਜਾਂ ਜਿਹੜਾ ਸੈਂਡ ਮਾਫੀਆ ਹੈ ਉਹਦੀ ਸਰਗਰਮੀ ਵੇਖ ਰਹੇ ਹਾਂ। ਔਰ ਉਹੀ ਚੀਜ਼ ਨੂੰ ਲੈ ਕੇ ਈਡੀ ਨੇ ਛਾਪੇ ਮਾਰੇ ਨੇ ਔਰ ਇਹ ਇੱਕ ਕਿਸਮ ਦੀ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਸੈਂਡ ਮਾਫੀਏ ਦਾ ਜਿਹੜਾ ਹੈਗਾ ਕਬਜ਼ਾ ਹੋ ਚੁੱਕਿਆ ਹੈ। ਪੰਜਾਬ ਦੇ ਵਿੱਚ ਸੈਂਡ ਮਾਫੀਆ ਜਿਹੜਾ ਹੈਗਾ ਕਾਫੀ ਸਰਗਰਮ ਤੁਹਾਨੂੰ ਦਿਖਾਈ ਦਿੰਦਾ ਹੈ। ਸੋ ਇਸ ਕਰਕੇ ਇਹ ਆਪਾਂ ਇਸ ਚੀਜ਼ ਨਾਲ ਜ਼ਰੂਰ ਕਹਿ ਸਕਦੇ ਹਾਂ ਕਿ ਪਿਛਲੇ ਲਗਭਗ 15 ਸਾਲਾਂ ਤੋਂ ਲਗਾਤਾਰ ਜਿਹੜੇ ਇਦਾਂ ਦੇ ਮਾਫੀਆ ਨੇ ਉਹ ਸਰਗਰਮ ਤੁਹਾਨੂੰ ਦਿਖਾਈ ਦੇਣਗੇ ਔਰ ਜਿਹਦਾ ਨਤੀਜਾ ਹੈ ਕਿ ਪੰਜਾਬ ਦਾ ਖਜ਼ਾਨਾ ਲਗਾਤਾਰ ਜਿਹੜਾ ਹੈਗਾ ਖਾਲੀ ਹੁੰਦਾ ਜਾ ਰਿਹਾ ਹੈ ਔਰ ਪੰਜਾਬ ਦੇ ਲੋਕ ਬੇਰੁਜ਼ਗਾਰ ਹੁੰਦੇ ਜਾ ਰਹੇ ਨੇ। ਔਰ ਦੂਸਰੇ ਪਾਸੇ ਜਿਹੜਾ ਮਾਫੀਆ ਹੈ ਉਹ ਲਗਾਤਾਰ ਅਮੀਰ ਤੇ ਅਮੀਰ ਹੁੰਦਾ ਜਾ ਰਿਹਾ, ਧਨਾੜ ਹੁੰਦਾ ਜਾ ਰਿਹਾ ਹੈ। ਉਹਦੀ ਸਿਆਸੀ ਸਰਗਰਮੀਆਂ ਜਿਹੜੀਆਂ ਨੇ ਉਹਦੀਆਂ ਲਗਾਤਾਰ ਵਧ ਰਹੀਆਂ ਨੇ, ਸਿਆਸਤ ਦੇ ਵਿੱਚ ਉਹਦੀ ਘੁਸਪੈਠ ਮਾਫੀਏ ਦੀ ਜਾਰੀ ਹੈ ਪਿਛਲੇ ਲੰਮੇ ਸਮੇਂ ਤੋਂ। ਸੋ ਇਹ ਸਾਰੀਆਂ ਚੀਜ਼ਾਂ ਨੂੰ ਜਦੋਂ ਅਸੀਂ ਐਨਾਲਿਸਿਸ ਕਰਦੇ ਹਾਂ ਤਾਂ ਦੇਖਦੇ ਹਾਂ ਕਿ ਪੰਜਾਬ ਦਾ ਜਿਹੜਾ ਸਿਆਸੀ ਦ੍ਰਿਸ਼ ਹੈ ਉਹਦੇ ਵਿੱਚ ਜਿਹੜਾ ਪੈਸਾ ਹੈ, ਜਿਹੜਾ ਇੱਕ ਆਪਾਂ ਕਹਿ ਸਕਦੇ ਹਾਂ ਕਿ ਬਲੈਕ ਮਨੀ ਹੈ ਜਾਂ ਕਿਵੇਂ ਨਾ ਕਿਵੇਂ ਇਦਾਂ ਦਾ ਜਿਹੜਾ ਹੈਗਾ ਕਮਾਇਆ ਹੋਇਆ ਧਨ ਹੈ ਔਰ ਉਸ ਦੀ ਵਰਤੋਂ ਜਾਂ ਕੁਵਰਤੋਂ ਕਹਿ ਸਕਦੇ ਹਾਂ ਕਿ ਲਗਾਤਾਰ ਹੋ ਰਹੀ ਹੈ। ਔਰ ਇਹਦੇ ਨਾਲ ਜਿਹੜੇ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜੇ ਚੰਗੇ ਲੋਕ ਨੇ ਜਾਂ ਚੰਗੇ ਅਕਸ ਵਾਲੇ ਲੋਕ ਨੇ ਉਹ ਘਟਦੇ ਨਜ਼ਰ ਆ ਰਹੇ ਨੇ ਔਰ ਇਸੇ ਤਰ੍ਹਾਂ ਦਾ ਜਿਹੜਾ ਮਾਫੀਆ ਦਾ ਕਬਜ਼ਾ ਹੈ ਉਹ ਲਗਾਤਾਰ ਵਧ ਰਿਹਾ ਹੈ। ਗੁਰਪ੍ਰੀਤ ਜੀ, ਬਿਲਕੁਲ ਜਿਵੇਂ ਤੁਸੀਂ ਦੱਸਿਆ ਕਿ ਚੰਗੇ ਅਕਸ਼ ਵਾਲੇ ਲੋਕ ਬਿਲਕੁਲ ਘਟਦੇ ਨਜ਼ਰ ਆ ਰਹੇ ਨੇ। ਪਹਿਲਾਂ ਪੌਣੇ 5 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਹੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀਗੇ ਤਾਂ ਉਸ ਸਮੇਂ ਸਾਧੂ ਸਿੰਘ ਧਰਮਸੋਤ ਤੇ ਦੋਸ਼ ਲੱਗੇ, ਸਕਾਲਰਸ਼ਿਪ ਘੁਟਾਲੇ ਦੇ, ਉਧਰ ਬਲਵੀਰ ਸਿੰਘ ਸਿੱਧੂ ਦੇ ਦੋਸ਼ ਲੱਗੇ, ਵੈਕਸੀਨ ਘੁਟਾਲੇ ਦੇ, ਤਾਂ ਕਿਤੇ ਨਾ ਕਿਤੇ ਸੁੰਦਰ ਸ਼ਾਮ ਅਰੋੜਾ ਤੇ ਦੋਸ਼ ਲੱਗੇ, ਭਾਰਤ ਭੂਸ਼ਣ ਆਸ਼ੂ ਤੇ ਦੋਸ਼ ਲੱਗੇ, ਤੇ ਉਧਰ ਮਦਨ ਲਾਲ ਜਲਾਲਪੁਰ ਨੇ ਉਹਦੇ ਭਾਣਜੇ ਦੇ ਦੋਸ਼ ਲੱਗੇ ਕਿ ਉਹ 20 ਕਰੋੜ ਦਾ ਘੁਟਾਲਾ ਕਰਕੇ ਭੱਜ ਗਿਆ ਕਿਤੇ। ਤਾਂ ਉਸ ਤੋਂ ਬਾਅਦ ਹੁਣ ਚੰਨੀ ਮੁੱਖ ਮੰਤਰੀ ਬਣਦੇ ਨੇ ਤਾਂ ਉਹਨਾਂ ਦੇ ਭਾਣਜੇ ਤੇ ਹੁਣ ਦੋਸ਼ ਲੱਗੇ ਨੇ ਜਿਹੜੇ ਈਡੀ ਦੇ ਵੱਲੋਂ ਐਡੀ ਵੱਡੀ ਰਕਮ ਹੈ ਜਿਹੜੀ ਬਰਾਮਦ ਕੀਤੀ ਗਈ ਹੈ ਤੇ ਹਜੇ ਵੀ ਜਿਹੜੀ ਜਾਂਚ ਹੈ ਉਹ ਚੱਲ ਰਹੀ ਹੈ। ਤਾਂ ਕਿਵੇਂ ਦੇਖਦੇ ਹੋ ਸਿਆਸੀ ਪੱਖ ਤੋਂ ਜਾਂ ਉਂਝ ਇਹਨਾਂ ਮਾਮਲਿਆਂ ਦੇ ਵਿੱਚ ਹੁਣ ਤੱਕ ਪੂਰੀ ਇਨਕੁਆਇਰੀ ਕਿਉਂ ਨਹੀਂ ਹੋਈ, ਹਾਲਾਂਕਿ ਟਿਕਟਾਂ ਫੇਰ ਦੇ ਦਿੱਤੀਆਂ ਕਾਂਗਰਸ ਪਾਰਟੀ ਨੇ ਇਹਨਾਂ ਨੂੰ? ਜੀ ਦੇਖੋ, ਪਿਛਲੇ ਆਪਾਂ ਚਾਹੇ ਉਹ ਅਕਾਲੀਆਂ ਦੀ ਸਰਕਾਰ ਦੇਖ ਲਓ 10 ਸਾਲ ਦੀ, ਜਾਂ ਆਪਾਂ ਕਹਿ ਸਕਦੇ ਹਾਂ ਕਿ 5 ਸਾਲ ਦੀ ਕਾਂਗਰਸੀ ਸਰਕਾਰ ਦੇਖ ਲਓ, ਚਾਹੇ ਜਿਸ ਵੇਲੇ ਅਕਾਲੀ ਦੌਰ ਦੇ ਵਿੱਚ ਲਗਾਤਾਰ ਇਸ ਤਰ੍ਹਾਂ ਦੇ ਦੋਸ਼ ਲੱਗਦੇ ਆਏ ਸੀਗੇ, ਚਾਹੇ ਆਪਾਂ ਨਸ਼ਾ ਨੂੰ ਲੈ ਕੇ ਕਹਿ ਲਈਏ, ਚਿੱਟੇ ਨੂੰ ਲੈ ਕੇ ਕਹਿ ਲਈਏ, ਉਹਨਾਂ ਨੂੰ ਬਾਰ-ਬਾਰ ਟਿਕਟਾਂ ਦਿੱਤੀਆਂ ਜਾ ਰਹੀਆਂ ਸੀਗੀਆਂ ਔਰ ਉਹੀ ਮੇਰਾ ਖਿਆਲ ਹੈ ਕਿ ਉਹੀ ਕੰਮ ਕਾਂਗਰਸ ਨੇ ਕੀਤਾ। ਜਿਵੇਂ ਤੁਸੀਂ ਗਿਣਾਏ ਨੇ ਵੱਖ-ਵੱਖ ਮੰਤਰੀਆਂ ਦੇ ਉੱਤੇ ਜਿਹੜੇ ਦੋਸ਼ ਲੱਗਦੇ ਰਹੇ ਨੇ, ਉਹਨਾਂ ਨੂੰ ਦੁਬਾਰਾ ਫੇਰ ਟਿਕਟਾਂ ਦੇਣੀਆਂ, ਇਹ ਆਪਣੇ ਆਪ ਦੇ ਵਿੱਚ ਰਾਜਨੀਤੀ ਦਾ ਅਪਰਾਧੀਕਰਨ ਕਹਿ ਸਕਦੇ ਹਾਂ ਜਾਂ ਅਪਰਾਧ ਦਾ ਰਾਜਨੀਤੀਕਰਨ ਆਪਾਂ ਕਹਿ ਸਕਦੇ ਹਾਂ। ਦੋਨੇ ਤਰ੍ਹਾਂ ਚੱਲ ਰਿਹਾ ਹੈ ਇਸ ਵੇਲੇ। ਰਾਜਨੀਤੀ ਜਿਹੜੀ ਹੈਗੀ ਹੈ, ਰਾਜਨੀਤੀ ਦਾ ਅਪਰਾਧੀਕਰਨ ਵੀ ਹੋ ਰਿਹਾ ਹੈ ਔਰ ਇਸੇ ਤਰ੍ਹਾਂ ਅਪਰਾਧੀਕਰਨ ਦਾ ਰਾਜਨੀਤੀਕਰਨ ਵੀ ਜਿਹੜਾ ਹੈਗਾ ਹੋ ਰਿਹਾ ਹੈ, ਕਿਉਂਕਿ ਇਸ ਤਰ੍ਹਾਂ ਦੇ ਜਦੋਂ ਲੋਕ ਤੁਹਾਡੇ ਨਾਲ ਜੁੜਨਗੇ ਤਾਂ ਇਹਦਾ ਮਤਲਬ ਇਹੀ ਹੈ ਕਿ ਪੈਸਾ ਜਿਹੜਾ ਹੈਗਾ ਉਹ ਲਗਾਤਾਰ ਪਾਣੀ ਵਾਂਗ ਵਹਾਇਆ ਜਾਏਗਾ ਵੋਟਾਂ ਦੇ ਦੌਰਾਨ ਔਰ ਵਹਾਉਂਦਾ ਰਿਹਾ ਹੈ। ਔਰ ਵੱਖ-ਵੱਖ ਪਾਰਟੀਆਂ, ਆਪਾਂ ਇਹ ਨਹੀਂ ਕਹਿੰਦੇ ਕਿ ਪਹਿਲੀ ਵਾਰੀ ਕੋਈ ਇਹ ਕੰਮ ਹੋ ਰਿਹਾ ਹੈ, ਇਹ ਪਿਛਲਾ ਇਤਿਹਾਸ ਆਪਾਂ ਦੇਖਦੇ ਹਾਂ ਲਗਭਗ 20 ਤੋਂ 25 ਸਾਲਾਂ ਦਾ ਪੰਜਾਬ ਦੀ ਰਾਜਨੀਤੀ ਦਾ, ਤਾਂ ਉਹਦੇ ਵਿੱਚ ਪੈਸੇ ਦਾ ਜਿਹੜਾ ਹੈਗਾ ਜ਼ਿਆਦਾ ਆਪਾਂ ਕਹਿ ਸਕਦੇ ਕਿ 3 M ਉਹਦੇ ਵਿੱਚ ਛਾਏ ਰਹੇ ਨੇ। ਪਹਿਲਾ ਹੈ ਮਨੀ ਔਰ ਦੂਜਾ ਹੈ ਮਸਲਸ ਔਰ ਤੀਜਾ ਹੈ ਮੀਡੀਆ। ਇਹਨਾਂ ਤਿੰਨੋਂ ਚੀਜ਼ਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ, ਚਾਹੇ ਕੋਈ ਵੀ ਪਾਰਟੀ ਹੋਵੇ, ਚਾਹੇ ਅਕਾਲੀ ਦਲ ਬੀਜੇਪੀ ਦੀ ਪਾਰਟੀ ਹੋਵੇ, ਚਾਹੇ ਕਾਂਗਰਸ ਪਾਰਟੀ ਹੋਵੇ ਜਾਂ ਕੋਈ ਹੋਰ ਜਿਹੜੀਆਂ ਅਮੀਰ ਧਨਾੜ ਪਾਰਟੀਆਂ ਨੇ, ਉਹਨਾਂ ਨੇ ਮਨੀ ਦਾ ਪੂਰਾ ਇਸਤੇਮਾਲ ਕੀਤਾ ਹੈ, ਪੈਸਾ ਪਾਣੀ ਵਾਂਗ ਵਹਾਇਆ ਹੈ। ਇਸੇ ਤਰ੍ਹਾਂ ਮਸਲਸ ਦੀ ਜਿਹੜੀ ਹੈਗੀ ਹੈ ਉਹਦੀ ਪੂਰੀ ਵਰਤੋਂ ਕੀਤੀ ਹੈ ਔਰ ਇਸੇ ਤਰ੍ਹਾਂ ਮੀਡੀਆ ਜਿਹੜਾ ਹੈਗਾ ਉਹਨਾਂ ਨੇ ਪੂਰੇ ਦਾ ਪੂਰਾ ਕੰਟਰੋਲ ਕੀਤਾ ਹੈ। ਸੋ 3M ਨੂੰ ਲੈ ਕੇ ਜਿਹੜੀਆਂ ਚੋਣਾਂ
ਲੜੀਆਂ ਜਾਂਦੀਆਂ ਰਹੀਆਂ ਨੇ ਹੁਣ ਤੱਕ। ਹੁਣ ਅੱਗੇ ਕੀ ਹੋਏਗਾ ਇਹ ਹੁਣ ਬਹੁਤ ਨਿਰਭਰ ਕਰਦਾ ਹੈ, ਕਿਉਂਕਿ ਆਪਾਂ ਦੇਖ ਚੁੱਕੇ ਹਾਂ ਕਿ ਅਖੀਰਲੇ ਕੁਝ ਦਿਨਾਂ ਦੇ ਵਿੱਚ ਹੀ ਪੂਰੀ ਤਰ੍ਹਾਂ ਪੈਸਾ ਔਰ ਨਸ਼ਾ ਜਿਹੜਾ ਹੈਗਾ ਵਰਤਾਇਆ ਜਾਂਦਾ ਹੈ, ਔਰ ਚੋਣ ਕਮਿਸ਼ਨ ਜਿਹੜਾ ਹੈਗਾ ਉਹ ਦੇਖਦਾ ਰਹਿ ਜਾਂਦਾ ਹੈ, ਪਰ ਪੈਸਾ ਉਸੇ ਤਰ੍ਹਾਂ ਹੀ ਚੱਲਦਾ ਹੈ। ਸਾਰਿਆਂ ਦੇ ਆਪਾਂ ਸਾਰੇ ਜਾਣਦੇ ਹਾਂ ਕਿ ਚਾਹੇ ਉਹ ਗਰੀਬ ਬਸਤੀਆਂ ਹੋਣ ਜਾਂ ਆਮ ਲੋਕਾਂ ਦੇ ਵਿੱਚ ਜਿਹੜਾ ਹੈਗਾ ਪੈਸਾ ਕਿਵੇਂ ਵੰਡਿਆ ਜਾਂਦਾ ਹੈ ਰਾਤੋਂ ਰਾਤ, ਉਹਦੇ ਬਾਰੇ ਕੋਈ ਸਬੂਤ ਦੇਣ ਦੀ ਲੋੜ ਨਹੀਂ ਹੈ, ਸਾਰਾ ਕੁਝ ਲੋਕਾਂ ਦੇ ਵਿੱਚ ਹੈ। ਸੋ ਕਹਿਣ ਦਾ ਮਤਲਬ ਹੈ ਕਿ ਇਹ ਸਾਰੀਆਂ ਚੀਜ਼ਾਂ ਉਸੇ ਤਰ੍ਹਾਂ ਹੀ ਚੱਲਦੀਆਂ ਨਜ਼ਰ ਆਉਣਗੀਆਂ, ਔਰ ਇਸ ਵਾਰੀ ਵੀ ਤੁਹਾਨੂੰ ਇਹਨਾਂ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਲੱਗੇਗਾ, ਸਗੋਂ ਹਰ ਚੋਣਾਂ ਦੇ ਵਿੱਚ 5 ਸਾਲਾਂ ਬਾਅਦ ਲਗਾਤਾਰ ਵੱਧਦਾ ਹੈ। ਇਹੀ ਜਿਹੜਾ ਹੈਗਾ ਕਿਸੇ ਵੇਲੇ ਜੇ ਕਰੋੜਾਂ ਰੁਪਏ 'ਚ ਜਿਹੜੀ ਹੈਗੀ ਆ ਟਿਕਟ ਜਿਹੜੀ ਹੈਗੀ ਆ ਉਹਦੇ ਉੱਤੇ ਖਰਚ ਹੁੰਦੇ ਸੀਗੇ ਇੱਕ ਉਮੀਦਵਾਰ ਦੇ, ਤਾਂ ਹੁਣ ਹੈ ਕਿ ਕਈ ਕਰੋੜ ਜਿਹੜੇ ਹੈਗੇ ਨੇ ਉਹ ਖਰਚੇ ਜਿਹੜੇ ਨੇ ਵੱਧ ਚੁੱਕੇ ਨੇ। ਉਹਦਾ ਕਾਰਨ ਇਹੀ ਹੈ ਕਿ ਲਗਾਤਾਰ ਪੈਸੇ ਦੀ ਜਿਹੜੀ ਵਰਤੋਂ ਹੈ ਪੰਜਾਬ ਦੀਆਂ ਜਾਂ ਬਾਕੀ ਸਟੇਟਾਂ ਦੀਆਂ ਚੋਣਾਂ ਦੇ ਵਿੱਚ ਉਹ ਵੱਧ ਰਹੀ ਹੈ, ਔਰ ਉਹਦੇ ਵਿੱਚ ਮਾਫੀਆ ਜਿਹੜਾ ਹੈਗਾ ਬਹੁਤ ਵੱਡਾ ਰੋਲ ਅਦਾ ਕਰਦਾ ਹੈ। ਇੱਕ ਆਪਾਂ ਚੌਥਾ ਇਹ ਵੀ ਕਹਿ ਸਕਦੇ ਹਾਂ ਕਿ ਮਾਫੀਏ ਦਾ ਹੁਣ ਜਿਹੜਾ ਦਖਲ ਅੰਦਾਜ਼ੀ ਹੈ ਪੰਜਾਬ ਦੀਆਂ ਚੋਣਾਂ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਪਿਛਲੇ ਸਾਲਾਂ ਦੇ ਦੌਰਾਨ ਵਧੀ ਹੈ, ਔਰ ਇਹ ਇਸ ਵਾਰੀ ਵੀ ਮਾਫੀਏ ਦੀ ਜਿਹੜੀ ਦਖਲ ਅੰਦਾਜ਼ੀ ਹੈ, ਚਾਹੇ ਉਹ ਸੈਂਡ ਮਾਫੀਆ ਹੈ, ਲੀਕਰ ਮਾਫੀਆ ਹੈ, ਕੇਬਲ ਮਾਫੀਆ ਹੈ, ਉਹਨਾਂ ਦੀ ਦਖਲ ਅੰਦਾਜ਼ੀ ਇਸ ਵਾਰੀ ਹੋਰ ਵੱਡੇ ਪੱਧਰ ਦੇ ਉੱਤੇ ਤੁਹਾਨੂੰ ਦਿਖਾਈ ਦੇਵੇਗੀ ਗੁਰਪ੍ਰੀਤ ਜੀ। ਬਿਲਕੁਲ, ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਚੋਣ ਕਮਿਸ਼ਨ ਹੈ, ਪਾਰਟੀਆਂ ਸਿਆਸੀ ਪਾਰਟੀਆਂ ਨੇ ਤਾਂ ਆਪਣੇ ਉਮੀਦਵਾਰਾਂ ਨੂੰ ਟਿਕਟ ਦੇਣੀ ਹੁੰਦੀ ਹੈ, ਭਾਵੇਂ ਕਿਸੇ ਨੂੰ ਵੀ ਦੇਣ, ਤਾਂ ਚੋਣ ਕਮਿਸ਼ਨ ਨੂੰ ਇਸ 'ਤੇ ਖਾਸ ਤੌਰ 'ਤੇ ਜਿਹੜਾ ਨਜ਼ਰ ਰੱਖਣ ਦੀ ਲੋੜ ਹੈ ਅਤੇ ਕਿਤੇ ਨਾ ਕਿਤੇ ਜਿਹੀਆਂ ਕਾਰਵਾਈਆਂ ਕਰਨ ਦੀ ਵੀ ਲੋੜ ਹੈ ਮਹਿਸੂਸ ਹੁੰਦੀ ਨਜ਼ਰ ਆ ਰਹੀ ਹੈ। ਤਾਂ ਉਧਰ ਗੱਲ ਕਰੀਏ, ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਨਾਲ ਗੱਠਜੋੜ ਨੂੰ ਟਿਕਟਾਂ ਨੂੰ ਲੈ ਕੇ ਗੱਲ ਸਾਹਮਣੇ ਆ ਰਹੀ ਸੀ ਕਿ ਉਹ ਪਟਿਆਲਾ ਦੀਆਂ ਟਿਕਟਾਂ ਤੇ ਸ਼ਹਿਰੀ ਸੀਟਾਂ ਨੇ ਜਿਹੜੀਆਂ ਉਹਨਾਂ ਦੀ ਮੰਗ ਕਰਦੇ ਨਜ਼ਰ ਆ ਰਹੇ ਸੀ। ਤਾਂ ਹੁਣ ਜਿਸ ਤਰ੍ਹਾਂ ਕਾਂਗਰਸ ਪਾਰਟੀ ਦੇ ਵਿੱਚ ਬਾਗੀ ਨੇ ਉਹ ਆਪਣੀ ਪਾਰਟੀ ਦੀਆਂ ਮੁਸ਼ਕਲਾਂ ਵਧਾ ਰਹੇ ਨੇ, ਪਟਿਆਲਾ ਦੀ ਗੱਲ ਕਰਦੇ ਹਾਂ ਤਾਂ ਕੀ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਜਿਸ ਤਰ੍ਹਾਂ ਪਟਿਆਲਾ ਦੀਆਂ ਸਾਰੀਆਂ ਸੀਟਾਂ ਦੇ ਉੱਤੇ ਆਪਣਾ ਦਾਅਵੇਦਾਰੀ ਜਤਾਈ ਜਾ ਰਹੀ ਸੀ, ਤਾਂ ਕੀ ਲੱਗਦਾ ਕਿ ਅਸਿੱਧੇ ਤੌਰ ਤੇ ਇਸ ਦੇ ਵਿੱਚ ਕਾਂਗਰਸ ਪਾਰਟੀ ਨੂੰ ਜਿਹੜਾ ਕਿਤੇ ਨਾ ਕਿਤੇ ਹਰਾਉਣ ਵਾਸਤੇ ਉਹਨਾਂ ਦਾ ਹੱਥ ਹੋ ਸਕਦਾ ਹੈ? ਜੀ ਦੇਖੋ ਗੁਰਪ੍ਰੀਤ ਜੀ, ਕੈਪਟਨ ਸਾਹਿਬ ਨੇ ਲਗਾਤਾਰ ਇਹ ਕੋਸ਼ਿਸ਼ ਕੀਤੀ ਹੈ ਜਦੋਂ ਤੋਂ ਉਹਨਾਂ ਨੂੰ ਸੱਤਾ ਤੋਂ ਉਤਾਰਿਆ ਗਿਆ ਹੈ, ਮੁੱਖ ਮੰਤਰੀ ਦੀ ਕੁਰਸੀ ਤੋਂ ਉਤਾਰਿਆ ਗਿਆ ਹੈ, ਕਿ ਮੈਂ ਹਰ ਹਾਲਤ ਦੇ ਵਿੱਚ ਕਾਂਗਰਸ ਨੂੰ ਹਰਾਉਣਾ ਹੈ। ਔਰ ਇਹ ਇੱਕ ਮੈਨੂੰ ਲੱਗਦਾ ਹੈ ਕਿ ਬਹੁਤ ਇੱਕ ਮਾੜੀ ਭਾਵਨਾ ਕਹਿ ਸਕਦੇ ਹਾਂ, ਕਿਉਂਕਿ ਲੋਕਤੰਤਰ ਦੇ ਵਿੱਚ ਕਿਉਂਕਿ ਪਾਰਟੀ ਨੇ ਹੀ ਉਹਨਾਂ ਨੂੰ, ਕਾਂਗਰਸ ਨੇ ਹੀ 2 ਵਾਰੀ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ, ਕਾਂਗਰਸ ਦਾ ਪ੍ਰਧਾਨ ਬਣਾਇਆ, ਔਰ ਵੱਡੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਦਿੱਤੀਆਂ ਗਈਆਂ ਸੀਗੀਆਂ। ਔਰ ਇੱਥੇ ਬਸ ਨਹੀਂ, ਉਹਨਾਂ ਦੀ ਧਰਮ ਪਤਨੀ ਮਹਾਰਾਣੀ ਪ੍ਰਨੀਤ ਕੌਰ ਜੀ ਨੂੰ ਅੱਜ ਵੀ ਕਾਂਗਰਸ ਦੇ ਵਿੱਚ ਜਿਹੜਾ ਹੈਗਾ MP ਦੀ ਸੀਟ ਮਿਲੀ ਹੋਈ ਹੈ, ਔਰ ਜਿੱਤ ਕੇ ਉਹ ਦਿੱਲੀ ਦੇ ਪਾਰਲੀਮੈਂਟ ਦੇ ਵਿੱਚ ਬੈਠੇ ਨੇ, ਹਜੇ ਅੱਜ ਤੱਕ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਕੈਪਟਨ ਸਾਹਿਬ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀ ਸਿੱਧੀ ਲੜਾਈ ਲੜਨ, ਔਰ ਸਿਰਫ ਤੇ ਸਿਰਫ ਉਹਨਾਂ ਨੇ ਏਜੰਡਾ ਇਹੀ ਰੱਖਿਆ ਹੋਇਆ ਕਿ ਮੈਂ ਕਾਂਗਰਸ ਨੂੰ ਨੁਕਸਾਨ ਪਹੁੰਚਾ ਕੇ ਹਟਾਂਗਾ। ਔਰ ਲਗਾਤਾਰ ਉਹਨਾਂ ਦੇ ਪਿਛਲੇ ਦਿਨਾਂ ਦੇ ਵਿੱਚ ਜੋ ਬਿਆਨ ਆਉਂਦੇ ਰਹੇ ਨੇ, ਉਹਨਾਂ ਨੇ ਇਹੀ ਕਿਹਾ ਕਿ ਮੇਰੇ ਨਾਲ ਧੋਖਾ ਹੋਇਆ ਹੈ, ਮੈਂ ਕਾਂਗਰਸ ਤੋਂ ਬਦਲਾ ਲੈਣਾ ਹੈ, ਔਰ ਕਾਂਗਰਸ ਨੇ ਮੈਨੂੰ ਜਿਹੜਾ ਹੈਗਾ ਬਹੁਤ ਵੱਡਾ ਜਿਹੜਾ ਹੈਗਾ ਝਟਕਾ ਦਿੱਤਾ ਹੈ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਹੁਣ ਕੈਪਟਨ ਸਾਹਿਬ ਇਹੀ ਇੰਤਜ਼ਾਰ ਦੇ ਵਿੱਚ ਨੇ ਕਿ ਜਿੱਥੋਂ ਜਿੱਥੇ ਉਹਨਾਂ ਦੇ ਆਪਣੇ ਉਮੀਦਵਾਰ ਯਾਨੀ ਕਿ ਕਾਂਗਰਸ ਤੋਂ ਰੁੱਸੇ ਹੋਏ ਜਿਹੜੇ ਉਮੀਦਵਾਰ ਹੋਣਗੇ ਉਹਨਾਂ ਨੂੰ ਉਹ ਖੜੇ ਕਰਨਗੇ ਔਰ ਆਪਣੀ ਪਾਰਟੀ ਦਾ ਟਿਕਟ ਦੇਣਗੇ ਜਾਂ BJP ਦੇ ਵਿੱਚ ਭੇਜਣਗੇ ਔਰ ਕਾਂਗਰਸ ਦੀ ਖੇਡ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ। ਸੋ ਇਹੀ ਆਪਾਂ ਹੁਣ ਇਸ ਵੇਲੇ ਚਾਹੇ ਪਟਿਆਲੇ ਦੀਆਂ ਵੱਖ-ਵੱਖ ਸੀਟਾਂ ਹੋਣ, ਪਟਿਆਲੇ ਚਾਹੇ 1 ਹੋਵੇ, ਪਟਿਆਲਾ 2 ਹੋਵੇ, ਜਾਂ ਵੱਖ-ਵੱਖ ਪਟਿਆਲੇ ਦੀਆਂ ਜਿਹੜੀਆਂ 9 ਸੀਟਾਂ ਨੇ ਉਹਨਾਂ ਦੇ ਉੱਤੇ ਉਹਨਾਂ ਨੇ ਕਿਹਾ ਹੈ ਕਿ ਮੇਰੇ ਆਪਣੇ ਬੰਦੇ ਜਿਹੜੀ ਕਿ ਮੈਂ ਆਪਣੇ ਜਿਹੜੇ ਉਹਨਾਂ ਨੂੰ ਲੱਗਦਾ ਹੈ ਕਿ ਕਾਂਗਰਸ ਨੂੰ ਜ਼ਿਆਦਾ ਨੁਕਸਾਨ ਪਹੁੰਚਾ ਸਕਦੇ ਨੇ ਉਹ ਉਮੀਦਵਾਰ ਉਹ ਖੜੇ ਕਰਨਾ ਚਾਹੁੰਦੇ ਨੇ। ਸੋ ਇਹ ਦੇਖਦੇ ਹਾਂ ਹੁਣ ਕਿ ਕਿਸ ਤਰ੍ਹਾਂ ਦਾ ਹੁਣ ਉਹ ਜਿਹੜਾ ਹੈਗਾ ਮੁਕਾਬਲਾ ਹੋਏਗਾ, ਆਉਣ ਵਾਲਾ ਸਮਾਂ ਦੱਸੇਗਾ ਜਦੋਂ ਸਾਰੀਆਂ ਸਥਿਤੀਆਂ ਕਲੀਅਰ ਹੋ ਜਾਣਗੀਆਂ। ਹਜੇ ਤੱਕ BJP ਵੱਲੋਂ ਵੀ ਜਿਹੜਾ ਹੈਗਾ ਇਹ ਜਤਾਇਆ ਜਾ ਰਿਹਾ ਕਿ ਅਸੀਂ ਵੀ ਕੁਝ ਸੀਟਾਂ ਜਿਹੜੀਆਂ ਨੇ ਪਟਿਆਲਾ ਇਲਾਕੇ ਦੇ ਵਿੱਚ, ਪਟਿਆਲਾ ਲੋਕ ਸਭਾ ਹਲਕੇ ਦੇ ਵਿੱਚ ਅਸੀਂ ਮੰਗ ਕੀਤੀ ਆ ਉਹਨਾਂ ਨੇ, ਔਰ ਉਮੀਦ ਹੈ ਕਿ ਕੁਝ ਸੀਟਾਂ ਦੇ ਉੱਤੇ BJP ਵੀ ਲੜੇ, ਪਰ ਜਿਹੜੀਆਂ ਸੀਟਾਂ ਦੇ ਉੱਤੇ ਕਾਂਗਰਸ ਜਾਂ ਜਿਹੜੀ ਹੈਗੀ ਹੈ ਅਮਰਿੰਦਰ ਸਿੰਘ ਹੋਰਾਂ ਦੀ ਕਾਂਗਰਸ ਜਿਹੜੀ ਹੈਗੀ ਹੈ ਲੜੇਗੀ, ਤਾਂ ਉੱਥੇ ਜਿਹੜਾ ਹੈਗਾ ਕਾਫੀ ਫਸਵਾਂ ਮੁਕਾਬਲਾ ਜਿਹੜਾ ਹੈਗਾ ਹੋ ਸਕਦਾ ਹੈ। ਔਰ ਕਾਂਗਰਸ ਨੂੰ ਇਸ ਵੇਲੇ ਜਿਹੜੀ ਚੰਨੀ ਸਾਹਿਬ ਦੀ ਕਾਂਗਰਸ ਹੈ
ਉਹਨੂੰ ਇੱਕ ਵੱਡਾ ਝਟਕਾ। ਪਟਿਆਲੇ ਦੀਆਂ ਵੱਖ-ਵੱਖ ਸੀਟਾਂ ਦੇ ਉੱਤੇ ਜਿਹੜੀਆਂ ਆਪਾਂ ਲੋਕ ਸਭਾ ਦੀਆਂ ਸੀਟਾਂ ਨੇ, ਜਿਹਦੇ ਵਿੱਚ ਸਨੌਰ ਹੈ, ਘਨੌਰ ਹੈ ਔਰ ਸ਼ਤਰਾਣਾ ਹੈ, ਇਸੇ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਰਾਜਪੁਰਾ ਹੈ, ਇਹਨਾਂ ਸੀਟਾਂ ਦੇ ਉੱਤੇ ਕਾਫੀ ਸਖਤ ਮੁਕਾਬਲਾ ਤੁਹਾਨੂੰ ਦਿਖਾਈ ਦੇ ਸਕਦਾ ਹੈ ਗੁਰਪ੍ਰੀਤ ਜੀ। ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨੂੰ ਜੇਕਰ ਉਹ ਸੀਟਾਂ ਮਿਲਦੀਆਂ ਨੇ ਤਾਂ ਉਸ ਤੋਂ ਬਾਅਦ ਕਿਸ ਤਰ੍ਹਾਂ ਦਾ ਜਿਹੜਾ ਸਥਿਤੀ ਹੈ ਉਹ ਕੈਪਟਨ ਅਮਰਿੰਦਰ ਸਿੰਘ ਦੀ ਨਜ਼ਰ ਆਉਂਦੀ ਹੈ, ਕਿਉਂਕਿ ਵਿਰੋਧੀਆਂ ਨੇ ਤਾਂ ਲੱਤਾਂ ਖਿੱਚੀਆਂ ਨੇ ਕਾਂਗਰਸ ਪਾਰਟੀ ਦੇ ਵਿੱਚ, ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਦੇ ਆਪਣੇ ਹੀ ਲੱਤਾਂ ਖਿੱਚਦੇ ਦਿਖਾਈ ਦੇ ਰਹੇ ਨੇ ਕਿ ਉਹ ਕਿਸੇ ਨੂੰ ਜੇਕਰ ਟਿਕਟ ਨਹੀਂ ਮਿਲੀ ਤਾਂ ਉਹ ਲਗਾਤਾਰ ਦੂਜੇ ਆਪਣੀ ਹੀ ਪਾਰਟੀ ਦੇ ਲੋਕਾਂ ਦਾ ਵਿਰੋਧ ਕਰ ਰਿਹਾ ਹੈ। ਕਿਸ ਨੂੰ ਇਹ ਲੱਗਦਾ ਹੈ ਕਿ ਇਹਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਜੇਕਰ ਪਟਿਆਲੇ ਤੋਂ ਸੀਟਾਂ ਮਿਲਦੀਆਂ ਨੇ ਤਾਂ ਉਹਨਾਂ ਨੂੰ ਵੱਡਾ ਬਲ ਮਿਲੇਗਾ, ਜਿਸ ਤਰ੍ਹਾਂ ਕਾਂਗਰਸ ਦੇ ਆਪਣੇ ਹੀ ਕਾਂਗਰਸ ਦਾ ਵਿਰੋਧ ਕਰ ਰਹੇ ਨੇ? ਦੇਖੋ, ਮੈਂ ਨਹੀਂ ਕਹਿੰਦਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਸਾਰੀ ਖਿੱਚੋਤਾਣ ਦਾ ਫਾਇਦਾ ਹੋਏਗਾ। ਉਹਨਾਂ ਦਾ ਫਾਇਦਾ ਕੋਈ ਦੂਸਰੀਆਂ ਪਾਰਟੀਆਂ ਲਿਜਾ ਸਕਦੀਆਂ ਨੇ, ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਅਕਾਲੀ ਦਲ ਨੂੰ ਫਾਇਦਾ ਹੋ ਸਕਦਾ ਹੈ, ਆਮ ਆਦਮੀ ਪਾਰਟੀ ਨੂੰ ਫਾਇਦਾ ਹੋ ਸਕਦਾ ਹੈ, ਜਾਂ ਇੱਥੋਂ ਤੱਕ ਕਿ ਬੀਜੇਪੀ ਦੇ ਕੁਝ ਜਿਹੜੇ ਨੇ, ਜਿਹੜੀਆਂ ਵੀ ਬੀਜੇਪੀ ਨੂੰ ਦੇਣਗੇ ਉਹਨਾਂ ਨੂੰ ਫਾਇਦਾ ਹੋ ਸਕਦਾ ਹੈ। ਯਾਨੀ ਕਿ ਕਹਿਣ ਦਾ ਮਤਲਬ ਹੈ ਕਿ ਕੈਪਟਨ ਸਾਹਿਬ ਦੀ ਆਪਣੀ ਪਾਰਟੀ ਕਿਤੇ ਵੀ ਦਿਖਾਈ ਦੇ ਨਹੀਂ ਰਹੀ ਕਿ ਉਹ ਜਿੱਤੂ ਉਮੀਦਵਾਰਾਂ ਨੂੰ ਜਿਹੜਾ ਹੈਗਾ ਉਸ ਵੱਲ ਜਿੱਤ ਵੱਲ ਲੈ ਕੇ ਜਾਏਗੀ, ਪਰ ਉਨ ਦੂਜੀਆਂ ਪਾਰਟੀਆਂ ਨੂੰ ਫਾਇਦਾ ਜ਼ਰੂਰ ਨਜ਼ਰ ਆਏਗਾ, ਕਾਂਗਰਸ ਨੂੰ ਨੁਕਸਾਨ ਹੁੰਦਾ ਨਜ਼ਰ ਆ ਸਕਦਾ ਹੈ। ਔਰ ਇਹਦਾ ਫਾਇਦਾ ਆਪਾਂ ਕਹਿ ਸਕਦੇ ਹਾਂ ਕਿ ਦੂਸਰੀਆਂ ਧਿਰਾਂ ਜਿਹੜੀਆਂ ਨੇ, ਬਾਕੀ ਪਾਰਟੀਆਂ, ਵੱਡੀਆਂ ਪਾਰਟੀਆਂ, ਜਿਵੇਂ ਮੈਂ ਦੱਸਿਆ ਹੈ ਅਕਾਲੀ ਦਲ ਹੋਏਗਾ ਔਰ ਇਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਆਮ ਆਦਮੀ ਪਾਰਟੀ, ਇਹਨਾਂ ਨੂੰ ਫਾਇਦਾ ਹੋਣ ਦੀਆਂ ਜ਼ਿਆਦਾ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ ਗੁਰਪ੍ਰੀਤ ਜੀ। ਬਿਲਕੁਲ, ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨਜ਼ਰ ਆਏ ਸੀਗੇ ਕਿ ਉਹਨਾਂ ਦੀ ਕਾਂਗਰਸ ਪਾਰਟੀ ਨਾਲ ਪੂਰੀ ਮੁਕਾਬਲੇਬਾਜ਼ੀ ਦੇ ਵਿੱਚ ਰਹਿਣਗੇ, ਤਾਂ ਦੇਖਣ ਵਾਲੀ ਗੱਲ ਹੋਵੇਗੀ ਕਿ ਕਿਸ ਤਰ੍ਹਾਂ ਦੀ ਸਥਿਤੀ ਹੈ 22 ਦੀਆਂ ਚੋਣਾਂ ਦੇ ਵਿੱਚ ਰਹਿੰਦੀ ਹੈ। ਤਾਂ ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਸੀਂ ਪ੍ਰੋਗਰਾਮ 'ਚ ਸ਼ਾਮਲ ਹੋ ਕੇ ਆਪਣੇ ਵਿਚਾਰ ਰੱਖੇ। ਬਹੁਤ-ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਇਹ ਸਨ ਸਾਡੇ ਨਾਲ ਡਾਕਟਰ ਭੀਮਿੰਦਰ ਸਿੰਘ, ਜਿਨ੍ਹਾਂ ਨੇ तमाम ਸਿਆਸੀ ਖਬਰਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ, ਕਿਸ ਤਰ੍ਹਾਂ ਦੇ ਸਿਆਸੀ ਸਮੀਕਰਨ ਰਹਿਣ ਵਾਲੇ ਨੇ, ਕੀ ਕੁਝ ਸਿਆਸੀ ਪਾਰਟੀਆਂ 'ਚ ਚੱਲ ਰਿਹਾ ਹੈ, ਕਿਸ ਤਰ੍ਹਾਂ ਦੀ ਖਿੱਚੋਤਾਣ ਨਜ਼ਰ ਆ ਰਹੀ ਹੈ, तमाम ਵਿਸ਼ੇ ਨੂੰ ਲੈ ਕੇ ਗੱਲਬਾਤ ਕੀਤੀ। ਤਾਂ ਖਬਰ ਸਵੇਰ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਮੈਨੂੰ ਦਿਓ ਇਜਾਜ਼ਤ, ਧੰਨਵਾਦ।